मुख्यमंत्री का जो ट्वीट आया जो उन्होंने अपने एक्स जो प्लेटफॉर्म ते पाया ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੋ ਗੁਰਿੰਦਰ ਸਿੰਘ ਗੈਰੀ ਹੈ ਉਹਨਾਂ ਨੂੰ ਹੁਣ ਨਵਾਂ ਏਜੀ ਦੇ ਤੌਰ ਤੇ ਜੋ ਕੈਬਨਿਟ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਹੈ। ਯਾਨੀ ਕਿ ਪੀਟੀਸੀ ਨਿਊਜ਼ ਨੇ ਪਹਿਲੇ ਹੀ ਜਿਹੜਾ ਹੈਗਾ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਦੱਸ ਦਿੱਤੀ ਸੀ ਕਿ ਗੁਰਮਿੰਦਰ ਸਿੰਘ ਗੈਰੀ ਆਉਣ ਵਾਲੇ ਨਵੇਂ ਪੰਜਾਬ ਦੇ ਏਜੀ ਹੋ ਸਕਦੇ ਨੇ। ਤਾਂ ਗੁਰਮਿੰਦਰ ਸਿੰਘ ਗੈਰੀ ਦੇ ਨਾਮ ਤੇ ਮੋਹਰ ਲੱਗੀ ਹੈ। ਇਸ ਤੋਂ ਇਲਾਵਾ ਜਿਵੇਂ ਅਸੀਂ ਸਵੇਰ ਤੋਂ ਹੀ ਲਗਾਤਾਰ ਚਰਚਾ ਕਰ ਰਹੇ ਹਾਂ ਕਿ ਅੱਜ SYL ਦੇ ਮਸਲੇ ਦੇ ਉੱਤੇ ਜਿਹੜਾ ਹੈਗਾ ਕੈਬਨਿਟ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ। ਤਾਂ SYL ਤੇ ਵੀ ਇਸ ਪੂਰੀ ਕੈਬਨਿਟ ਦੇ ਵਿੱਚ ਚਰਚਾ ਹੋਈ ਹੈ। ਨਾਲ ਇਸ ਤੋਂ ਇਲਾਵਾ ਜਿਹੜੇ ਮੌਨਸੂਨ ਸੈਸ਼ਨ ਦੀ ਗੱਲਬਾਤ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਕੀਤੀ ਗਈ ਹੈ ਕਿ ਮੌਨਸੂਨ ਸੈਸ਼ਨ ਤੇ ਵੀ ਚਰਚਾ ਹੋਈ ਹੈ। ਤਾਂ ਮੌਨਸੂਨ ਸੈਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਅਗਰ ਕਰੀਏ ਤਾਂ SYL ਤੇ ਹੀ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਲੰਬੀ ਚਰਚਾ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਤਾਂ ਇਹ ਤਿੰਨ ਜਿਹੜੇ ਏਜੰਡੇ ਸੀਗੇ ਅੱਜ ਕੈਬਨਿਟ ਦੇ ਵਿੱਚ ਜਿਨ੍ਹਾਂ ਤੇ ਚਰਚਾ ਹੋਈ ਹੈ। ਕੈਬਨਿਟ ਮੀਟਿੰਗ ਖਤਮ ਹੋ ਚੁੱਕੀ ਹੈ, ਮੁੱਖ ਮੰਤਰੀ ਨਿਕਲ ਚੁੱਕੇ ਨੇ, तमाम ਮੰਤਰੀ ਨਿਕਲ ਚੁੱਕੇ ਨੇ। ਤਾਂ ਇਸੇ ਵਿਚਕਾਰ ਹੁਣ ਜਿਹੜੀ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਬਣੀ ਹੋਈ ਸੀ ਕਿ ਏਜੀ ਵਿਨੋਦ ਘਈ ਦਾ ਅਸਤੀਫਾ ਹੋ ਸਕਦਾ ਹੈ। ਤਾਂ ਅਸਤੀਫਾ ਹੋ ਚੁੱਕਿਆ। ਤਾਂ ਅਸਤੀਫਾ ਹੋਣ ਤੋਂ ਬਾਅਦ ਨਵੇਂ ਏਜੀ ਗੁਰਮਿੰਦਰ ਸਿੰਘ ਗੈਰੀ ਵੀ ਬਣ ਚੁੱਕੇ ਨੇ। ਫਾਈਲ ਹੁਣ ਅਗਲੀ ਗੱਲਬਾਤ ਦੱਸ ਦਿੰਦੇ ਹਾਂ ਕਿ ਫਾਈਲ ਜਿਹੜੀ ਹੈਗੀ ਆ ਉਹ ਗਵਰਨਰ ਹਾਊਸ ਗਈ ਹੋਈ ਹੈ। ਗਵਰਨਰ ਹਾਊਸ ਦੇ ਵਿੱਚੋਂ ਅਪਰੂਵਲ ਇਸ ਫਾਈਲ ਤੋਂ ਆਉਣੀ ਹੈ ਤੇ ਉਸ ਤੋਂ ਬਾਅਦ ਅਧਿਕਾਰਿਕ ਤੌਰ ਤੇ ਗੁਰਮਿੰਦਰ ਸਿੰਘ ਗੈਰੀ ਪੰਜਾਬ ਦੇ ਨਵੇਂ ਏਜੀ ਹੋਣਗੇ। ਤਾਂ ਅੱਜ ਦੀ ਇਹ ਬੇਹੱਦ ਜ਼ਿਆਦਾ ਖਾਸ ਖਬਰ ਹੈ। ਹਾਲਾਂਕਿ ਏਜੀ ਦੇ ਬਦਲਣ ਤੇ ਜੋ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਤੰਜ ਵੀ ਕੀਤਾ ਜਾ ਰਿਹਾ। ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਵੱਲੋਂ ਵੀ ਸਿੱਧੇ ਤੌਰ ਤੇ ਤੰਜ ਕੱਸਿਆ ਗਿਆ ਸੀ ਕਿ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਉਸ ਦਾ ਠਿਕਰਾ ਜਿਹੜਾ ਹੈਗਾ ਉਹ ਏਜੀ ਆਫਿਸ ਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਏਜੀ ਬਦਲੇ ਗਏ ਨੇ, ਵਿਨੋਦ ਘਈ ਬਦਲੇ ਗਏ ਨੇ। ਇਸ ਤੋਂ ਪਹਿਲਾਂ ਜੋ ਅਮੋਰ ਰਤਨ ਸਿੱਧੂ ਜਿਹੜੇ ਹੈਗੇ ਆ ਉਹ ਏਜੀ ਦੇ ਤੌਰ ਤੇ ਕੰਮ ਕਰਦੇ ਸੀਗੇ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਨੂੰ ਬਦਲ ਕੇ ਵਿਨੋਦ ਘਈ ਨੂੰ ਲਗਾਇਆ ਗਿਆ। ਤਾਂ ਹੁਣ ਵਿਨੋਦ ਘਈ ਵੀ ਇਸ ਸਰਕਾਰ ਦੇ ਵਿੱਚ 1.5 ਸਾਲ ਦੇ ਵਿੱਚ ਹੀ ਜਿਹੜਾ ਹੈਗਾ ਉਹ ਏਜੀ ਦੇ ਤੌਰ ਤੇ ਅਸਤੀਫਾ ਦੇ ਚੁੱਕੇ ਨੇ। ਤਾਂ ਹੁਣ ਤੀਸਰੇ ਏਜੀ ਦੇ ਤੌਰ ਤੇ ਕੰਮ ਕਰਨਗੇ ਗੁਰਮਿੰਦਰ ਸਿੰਘ ਗੈਰੀ। ਤਾਂ ਬੇਹੱਦ ਜ਼ਿਆਦਾ ਖਾਸ ਪੰਜਾਬ ਦੇ ਲਿਹਾਜ਼ ਦੇ ਨਾਲ ਇਹ ਖਬਰ ਹੈਗੀ ਆ ਕਿ ਲਗਾਤਾਰ ਏਜੀਆ ਦੇ ਤਬਾਦਲੇ ਹੋ ਰਹੇ ਆ, ਬਦਲੇ ਜਾ ਰਹੇ ਨੇ ਏਜੀ, ਕਿਉਂਕਿ ਸਰਕਾਰ ਦੀ ਜਿਹੜੀ ਲਗਾਤਾਰ ਜਿਹੜੀ ਕਾਰਗੁਜ਼ਾਰੀ ਹੈਗੀ ਆ ਉਸ ਤੇ ਹਾਈ ਕੋਰਟ ਦੇ ਵਿੱਚ ਫਟਕਾਰ ਲੱਗਦੀ ਹੋਈ ਦਿਖ ਰਹੀ ਸੀ। ਚਾਹੇ ਉਹ ਘਰ ਘਰ ਆਟਾ ਸਕੀਮ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਜੋ ਪੰਚਾਇਤਾਂ ਭੰਗ ਕਰਨ ਦਾ ਮਸਲਾ ਹੋਵੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਮਸਲੇ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਲਗਾਤਾਰ ਫਟਕਾਰ ਪੰਜਾਬ ਸਰਕਾਰ ਨੂੰ ਲੱਗਦੀ ਆਈ ਆ। ਤਾਂ ਹੁਣ ਦੇਖਣਾ ਹੋਏਗਾ ਕਿ ਨਵੇਂ ਏਜੀ ਹੁਣ ਪੰਜਾਬ ਨੂੰ ਮਿਲ ਚੁੱਕੇ ਨੇ ਗੁਰਮਿੰਦਰ ਸਿੰਘ ਗੈਰੀ, ਤਾਂ ਕਿ ਉਹਨਾਂ ਦੀ ਪਰਫਾਰਮੈਂਸ ਕਿਸ ਤਰੀਕੇ ਦੀ ਰਹੇਗੀ। ਬਿਲਕੁਲ, ਲੇਕਿਨ ਇੱਥੇ ਜਦੋਂ ਇਸ ਤਰ੍ਹਾਂ ਦੇ ਨਾਲ ਬਾਰ-ਬਾਰ ਏਜੀ ਬਦਲੇ ਜਾਂਦੇ ਨੇ ਤਾਂ ਇਹ ਇਸ ਦੀ ਜ਼ਿੰਮੇਵਾਰੀ ਵੀ ਕਿਤੇ ਨਾ ਕਿਤੇ ਸਰਕਾਰ ਤੇ ਆਉਂਦੀ ਹੈ, ਕਿਉਂਕਿ ਇਹ 1.5-2 ਸਾਲਾਂ ਦੇ ਵਕਫੇ ਦੇ ਵਿੱਚ ਤੀਸਰਾ ਏਜੀ ਜਿਹੜਾ ਹੈ ਉਹਨਾਂ ਬਦਲਿਆ ਜਾਣਾ ਇਹ ਸਵਾਲ ਖੜੇ ਕਰਦਾ। ਔਰ ਇਸ ਲਈ ਵਿਰੋਧੀ ਨਿਸ਼ਾਨਾ ਸਾਧ ਰਹੇ ਨੇ ਕਿ ਫੈਸਲੇ ਤਾਂ ਆਖਿਰਕਾਰ ਸਰਕਾਰ ਲੈਂਦੀ ਹੈ ਔਰ ਅਜਿਹੇ ਵਿਚਕਾਰ ਗਾਜ ਡਿੱਗਦੀ ਹੈ ਏਜੀ ਤੇ ਕਿਤੇ ਨਾ ਕਿਤੇ ਜਵਾਬਦੇਹੀ ਸਰਕਾਰ ਦੀ ਵੀ ਤਾਂ ਬਣਦੀ ਹੈ ਫਿਰ ਇੱਥੇ। ਬਿਲਕੁਲ, ਦੇਖੋ ਜ਼ਾਹਿਰ ਤੌਰ ਤੇ ਤੁਸੀਂ ਬੜਾ ਵੈਲਿਡ ਪੁਆਇੰਟ ਚੁੱਕਿਆ ਕਿ ਏਜੀ ਦੇ ਸਿਰ ਦੇ ਉੱਤੇ ਪੂਰਾ ਠਿਕਰਾ ਫੋੜ ਦਿੱਤਾ ਜਾਂਦਾ। ਚਰਚਾਵਾਂ ਦਾ ਵਿਸ਼ਾ ਇਹ ਵੀ ਬਣਦਾ ਹੈ ਕਿ ਏਜੀ ਆਫਿਸ ਤੋਂ ਪੁੱਛਿਆ ਹੀ ਬਹੁਤ ਘੱਟ ਜਾਂਦਾ। ਕਈ ਸਾਰੇ ਮਸਲੇ ਸਰਕਾਰ ਆਪਣੇ ਲੈਵਲ ਤੇ ਜਿਹੜਾ ਹੈਗਾ ਉਹ ਡਿਸਾਈਡ ਕਰ ਲੈਂਦੀ ਆ ਜਾਂ ਫਿਰ ਦਿੱਲੀ ਤੋਂ ਕਈ ਨਿਰਦੇਸ਼ ਆ ਜਾਂਦੇ ਆ ਜਿਹਦਾ ਠਿਕਰਾ ਬਾਅਦ ਦੇ ਵਿੱਚ ਏਜੀ ਆਫਿਸ ਤੇ ਫੋੜ ਦਿੱਤਾ ਜਾਂਦਾ। ਇਹ ਵੀ ਆਮ ਚਰਚਾਵਾਂ ਬਣ ਚੁੱਕੀਆਂ ਨੇ ਕਿ ਏਜੀ ਆਫਿਸ ਦੇ ਵਿੱਚ ਜਿਹੜਾ ਹੈਗਾ ਉਹ ਸਲਾਹ ਬਹੁਤ ਘੱਟ ਲਈ ਜਾਂਦੀ ਆ। ਨਾਲ ਇਹ ਵੀ ਚਰਚਾ ਦੇ ਵਿੱਚ ਆ ਕਿਉਂਕਿ 250 ਦੇ ਕਰੀਬ ਏਜੀ ਆਫਿਸ ਦੇ ਵਿੱਚ ਜਿਹੜੇ ਐਡਵੋਕੇਟ ਹੁੰਦੇ ਨੇ, ਤਾਂ ਉਹਨਾਂ ਐਡਵੋਕੇਟ ਦੀ ਜਿਹੜੀ ਗਿਣਤੀ ਹੈਗੀ ਆ ਉਹ ਜ਼ਿਆਦਾਤਰ ਪਾਰਟੀ ਲੈਵਲ ਤੇ ਡਿਸਾਈਡ ਹੋ ਜਾਂਦੀ ਹੈ। ਏਜੀ ਬਿਲਕੁਲ, ਔਰ ਇੱਥੇ ਜਦੋਂ ਪਾਰਟੀ ਆਪਣੇ ਤੌਰ ਤੇ ਫੈਸਲਾ ਕਰਦੀ ਹੈ, ਮੁੱਖ ਮੰਤਰੀ ਸਰਪ੍ਰਸਤ ਨੇ ਜਦੋਂ ਉਹਨਾਂ ਦੀ ਅਗਵਾਈ 'ਚ ਅਜਿਹੇ ਫੈਸਲੇ ਹੁੰਦੇ ਨੇ ਤਾਂ ਫਿਰ ਇੱਕ ਤੇ ਹੀ ਕਿਉਂ ਗਾਜ ਡਿੱਗੀ ਔਰ ਬਾਰ-ਬਾਰ ਏਜੀ ਬਦਲਣਾ ਇਹ ਜਿਹੜਾ ਹੈ ਕਿਸ ਲਿਹਾਜ਼ ਦੇ ਨਾਲ ਸਹੀ ਹੈ ਔਰ ਕਿੰਨੀ ਸੀ ਇਸ ਨੂੰ ਸਹੀ ਠਹਿਰਾ ਸਕਦੇ ਹਾਂ। ਇੱਕ ਵਾਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੀ ਕੁਝ ਟਵੀਟ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕੈਬਨਿਟ ਦੀ ਮੀਟਿੰਗ ਤੋਂ ਬਾਅਦ। ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਵਿੱਚ ਨਵੇਂ ਏਜੀ ਨੂੰ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਗਈ। ਨਵੇਂ ਏਜੀ ਵਜੋਂ ਗੁਰਮਿੰਦਰ ਸਿੰਘ ਦੇ ਨਾਂ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ। ਨਾਲ ਹੀ SYL ਦੇ ਮਸਲੇ ਨੂੰ ਲੈ ਕੇ ਵੀ ਮੀਟਿੰਗ ਵਿੱਚ ਚਰਚਾ ਹੋਈ। ਕਿਸੇ ਵੀ ਕੀਮਤ ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਜਲਦ ਮੌਨਸੂਨ ਇਜਲਾਸ ਸੱਦਣ ਤੇ ਵੀ ਵਿਚਾਰ ਹੋਇਆ।
ਕਈ ਹੋਰ ਲੋਕ ਪੱਕੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ। ਇਹ ਜਿਹੜੀ ਟਵੀਟ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ, ਕਿਉਂਕਿ ਕੈਬਨਿਟ ਦੀ ਮੀਟਿੰਗ ਚੰਦ ਮਿੰਟ ਪਹਿਲਾਂ ਹੀ ਮੁਕੰਮਲ ਹੋਈ ਹੈ। ਐਮਰਜੈਂਸੀ ਜਿਹੜੀ ਇਹ ਮੀਟਿੰਗ ਸੱਦੀ ਗਈ ਸੀ, ਸੋ ਇਹ ਜਿਹੜੇ ਪੱਕੇ ਮੁੱਦੇ ਸਨ ਉਹਨਾਂ ਤੇ ਵਿਚਾਰਾਂ ਹੋਈਆਂ, ਜਿਸ ਨਾਲ ਸਾਰੇ ਸਹਿਯੋਗੀ ਲਗਾਤਾਰ ਇਹ ਜਾਣਕਾਰੀ ਦੇ ਰਹੇ ਸਨ। SYL ਦਾ ਮੁੱਦਾ ਬੇहद ਗਰਮਾਇਆ ਹੋਇਆ ਹੈ, ਲੇਕਿਨ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਹੈ ਜੋ ਨਵਾਂ AG ਲਗਾਏ ਗਏ ਨੇ, ਕਿਉਂਕਿ ਹੁਣ ਨਵੇਂ AG ਦੇ ਨਾਂ ਤੇ ਮੋਹਰ ਲੱਗ ਗਈ ਹੈ। ਗੁਰਮਿੰਦਰ ਗੈਰੀ ਜਿਨ੍ਹਾਂ ਦੇ ਨਾਂ ਤੇ ਮੋਹਰ ਲੱਗੀ ਹੈ, ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ट्वीट करके यह जानकारी साझी की है। रविंदर मीत लगातार बने हुए ने। रविंदर सो बड़ी अहम जानकारी कैबिनेट की मीटिंग तो बाद मुख्यमंत्री ने ट्वीट करके दी है। सैशन सदे जाण नूं भी जिहड़ा विशेष उस विच की कुछ होएगा उसके बारे भी उन्होंने कुछ संकेत किया है। लेकिन असीं जिस तरह दे नाल गल कर रहे सीगे कि AG इस तरह दे नाल बार-बार बदले जाना कितना को वाजिब है? क्या सिर्फ AG ही सारी चीज़ों लई जिम्मेवार है? फैसले सरकार गलत लैंदी है जिस तो बाद सरकार ही पलटदी है, लेकिन ठीकरा जिहड़ा है एक दे सिर ते फोड़ दिता गया। देखते ने सब तो वड्डे फैसले जो लए जाते हैं पंजाब दे विच या फैसलों की जिम्मेदारी होंदी है वो मुख्य मंत्री की होंदी है या फिर संबंधित मंत्री की होंदी है। तो अल्टीमेटली जदों सरकार नूं फटकार लगदी है हाई कोर्ट दे विच या फिर लोअर कोर्ट दे विच, तां उहदा कई बार ठिकरा जिहड़ा हैगा AG दफ्तर दे विच ही फोड़ दिता जाता है। लेकिन आम तौर पर पिछली सरकारां दे विच जो हुंदा रहा, पिछली सरकार दे विच जो फैसला लिया जाता सी उसदे लई जिम्मेदारी खुद सरकार भी लैंदी आई सी। अगर कोई सरकार दे विचों उन्नीकी हो भी जाती सी तां सरकार उसनूं एक्सैप्ट करदी रही सी। लेकिन इस सरकार दे विच हर ठिकरा जिहड़ा हैगा AG ऑफिस से फोड़ दिता जाता है। तो सूत्रां दे हवाले तो यह भी खबर है, क्योंकि चर्चावां दा विषय भी ये बनता रहिंदा है, जिवें पहला जिक्र कीती सी कि कई बार वड्डे वड्डे फैसलिਆਂ दे लई AG दफ्तर तो सलाह तक नहीं लई जाती। तो ये भी चीज़ां पहलू निकल के सामने आउंदे रहे हैं कि दिल्ली तो कई निर्देश आ जाते हैं, उन्हां निर्देशों के आधार के उत्ते सरकार कोई ना कोई मूव लै लैंदी है, पोलीटिकल मूव लै लैंदी है। उस तो बाद हाई कोर्ट के विच जाके फटकार का सामना करना पैंदा। तो ये तमाम चीज़ां भी निकल के सामने आउंदी है। हालांकि हुण गुरविंदर सिंह गैरी नूं नवां AG पंजाब लगा दिता गया, वो की किस तरीके नाल परफॉर्म कर पाउंदे ने, क्योंकि पिछले दिनों दे विच तुसीं देखिया असीं लगातार देखते आए हैं कि कई कांग्रेसी लीडरां दे उत्ते मंत्रियां दे साबका मंत्रियां दे उत्ते कार्रवाई की गई। उस तो बाद महीना 2 महीने दे विच उन्हां नूं जमानत भी मिल गई। तो ज़्यादातर मंत्री जिहड़े हैगे आ वो बाहर हुण चल रहे हैं, हालांकि उन्हां दा ट्रायल लगातार चल रहा। तो सरकार क्यों नहीं डिफेंड कर पाउंदी कोर्ट दे विच या फिर लोअर कोर्ट दे विच? इन्ने मंत्रियों के उत्ते करप्शन, इन्ने सीरीयस करप्शन के इल्जाम लगाए गए, उस तो बाद उन्होंने जमानत भी मिल गई। कि वो सिर्फ एक पोलीटिकल एजेंडे सीगे, ये भी सवाल लगातार उठते आए ने। तो हुण AG ऑफिस किस तरीके नाल परफॉर्म करेगा? AG ऑफिस दे विच जिहड़े 150-200 एडवोकेट होणगे, वो की AG की मर्जी दे नाल लगदे ने या फिर वो कोई पोलीटिकल मर्जी है उस दे नाल उन्हां नूं लगाया जांदा है? ये भी देखण वाली गल होएगी, क्योंकि ये भी बड़ा लगातार चर्चा का विषय बनता है कि AG ऑफिस दे विच ज़्यादा बंदे सिफारशी लगा दिते जांदे आ, जिहदे करके बाद दे विच जो परफॉर्मेंस आउणी चाहिदी है कोर्ट दे विचों वो परफॉर्मेंस नहीं आ पाउंदी। तो ये भी एक बड़ा वड्डा सवाल बन के सामने आउंदा रहा पिछले दिनों दे विच। तो हाल फिलहाल हुण नवे AG बन चुके ने, उन्हां दी फाइल गवर्नर हाउस भेज दी गई है, क्योंकि एक प्रोटोकॉल है, कैबिनेट रैंक हैगा, ये कैबिनेट रैंक दे होण दे करके गवर्नर हाउस दे विच फाइल जांदी है, उत्थों फाइनल अप्रूवल मिलती है, तो उस बाद चार्ज संभालिया जाता है जो भी AG होवे, क्योंकि ये कैबिनेट रैंक हैगा। तो हुण उन्हां दी फाइल मूव हो चुकी है, तो फाइनल तौर पर हुण अहुदा संभालणगे, 1-2 दिनों दे विच देखना होएगा। उस बाद जिहड़ी नवीं टीम बनती है AG दी, वो टीम बिल्कुल किस तरह दे नाल टीम काम करदी, क्योंकि रविंदर इत्थे सवाल ये उठदा है कि जो एक तो बाद एक AG इस तरह दे नाल महज 1.5 साल दे वक्फे च बदले जाण, तां हुण नवीं AG ते भी तां बड़ी वड्डा दबाव होएगा, उन्हां दी एक वड्डी जिम्मेवारी और किते ना किते उन्हां दे भी जहन च होएगा कि जे इस तरह दे नाल फैसले सरकार लवे ठीकरा जे AG दे सिर ते पन्निया जाएगा, आने वाले समय च उन्हां नाल भी अजिहा कुछ हो सकदा है। बिल्कुल देखो, ये आम तौर पर चर्चा का विषय रहा पिछले काफ़ी दिनों तो 2 हफ्तियां तो लगातार ये चर्चा चल रही थी कि पंजाब के AG विनोद कई अस्तीफा दे सकते हैं, अस्तीफा देने दी वजह की है, वो भी लगातार चर्चा का विषय बनती रही है कि सरकार अपने लैवल पर कोई फैसला लै लैंदी है, उस तो बाद AG दफ्तर के उत्ते जिहड़ा हैगा पूरा ठीकरा फोड़ दिता जाता। तो ये भी जिहड़ा हैगा पिछले दिनों तो लगातार चर्चा का विषय बनया होया कि गुरविंदर सिंह गैरी पहला मन नहीं रहे सी, उस तो बाद क्योंकि उन्हां दी गलबात खुले तौर
ਤੇ ਸਰਕਾਰ ਦੇ ਨਾਲ ਹੋਈ ਕਿ ਆਖਿਰਕਾਰ ਜੇ ਕੋਈ ਫੈਸਲਾ ਲੈਣਾ ਤਾਂ ਮੈਨੂੰ ਕੰਸਰਨ ਦੇ ਵਿੱਚ ਲੈ ਕੇ, ਕੌਨਫੀਡੈਂਸ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਸਰਕਾਰ ਲਵੇ, ਤਾਂ ਕਿ ਜੋ ਕੋਰਟਾਂ ਦੇ ਵਿੱਚ ਲਗਾਤਾਰ ਮੁਖਾਲਫਤ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਸਰਕਾਰ ਨੂੰ, ਉਹ ਨਾ ਕਰਨਾ ਪਵੇ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਪੋਲੀਟੀਕਲ ਇੰਟਰਫੇਰੈਂਸ ਕਿੰਨੀ ਕੁ ਹੁੰਦੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੋਈ ਉਸ ਤੇ ਵੀ ਬੜੇ ਸਾਰੇ ਵੱਡੇ ਵਿਵਾਦ ਹੋਏ, ਕਾਨੂੰਨਨ ਤੌਰ ਦੇ ਉੱਤੇ ਉਸ ਤੇ ਵੀ ਬੜੇ ਸਵਾਲ ਚੱਕੇ ਗਏ ਕਿ ਪੋਲੀਟੀਕਲ ਵੈਂਡੇਟਾ ਹੈਗਾ। ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀ ਗ੍ਰਿਫਤਾਰੀਆਂ ਹੋਣ, ਉਹਨਾਂ ਤੇ ਵੀ ਸਵਾਲ ਪੋਲੀਟੀਕਲ ਵੈਂਡੇਟਾ ਦੇ ਚੱਕੇ ਗਏ, ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤਾਂ ਤੱਕ ਮਿਲ ਗਈਆਂ। ਤਾਂ ਸਰਕਾਰ ਨੂੰ ਕਾਫੀ ਮੁਖਾਲਫਤ ਦਾ ਸਾਹਮਣਾ ਪਿਛਲੇ ਸਮਿਆਂ ਦੇ ਵਿੱਚ ਕਰਨਾ ਪਿਆ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਫਾਰਮੈਂਸ ਕਿਸ ਤਰੀਕੇ ਦੀ ਰਹਿੰਦੀ ਹੈ ਗੁਰਵਿੰਦਰ ਸਿੰਘ ਗੈਰੀ, ਕਿਉਂਕਿ ਸੀਨੀਅਰ ਲੀਡਰ ਨੇ, ਹਾਈ ਕੋਰਟ ਦੇ ਨਾਮਵਾਰ ਵਕੀਲ ਨੇ, ਹਾਈ ਕੋਰਟ ਦੇ ਉਹ ਕਾਫੀ ਵੱਡੇ ਵਕੀਲ ਮੰਨੇ ਜਾਂਦੇ ਨੇ, ਐਡਵੋਕੇਟ ਮੰਨੇ ਜਾਂਦੇ ਨੇ। ਉਹਨਾਂ ਦੀ ਪਰਫਾਰਮੈਂਸ ਕਿਵੇਂ ਰਹੇਗੀ, ਕਿ ਉਹ ਸਰਕਾਰ ਨੂੰ ਡਿਫੈਂਡ ਕਰ ਪਾਉਣਗੇ ਜਾਂ ਫਿਰ ਸਰਕਾਰ ਜਿਨ੍ਹਾਂ ਮਾਮਲਿਆਂ ਦੇ ਵਿੱਚ ਲਗਾਤਾਰ ਘਿਰਦੀ ਆ ਉਹਨਾਂ ਨੂੰ ਸਰਕਾਰ ਨੂੰ ਬਚਾ ਪਾਉਣਗੇ? ਸਵਾਲ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੇ ਹੋਣਗੇ। ਲੇਕਿਨ ਹਾਲ ਫਿਲਹਾਲ ਉਹਨਾਂ ਦੇ ਨਾਮ ਤੇ ਮੋਹਰ ਲੱਗ ਚੁੱਕੀ ਆ। ਮੁੱਖ ਮੰਤਰੀ ਨੇ ਤਸਦੀਕ ਕਰ ਦਿੱਤਾ ਹੈ ਕਿ ਗੁਰਮਿੰਦਰ ਸਿੰਘ ਗੈਰੀ ਆਉਣ ਵਾਲੇ ਏਜੀ ਹੋਣਗੇ। ਜਿਹੜੇ ਪਿਛਲੇ ਏਜੀ ਵਿਨੋਦ ਕਈਆ, ਉਹਨਾਂ ਦੀ ਜਿਹੜੀ ਹੈਗੀ ਆ ਉਹ ਹੋ ਚੁੱਕੀ ਹੈ ਛੁੱਟੀ, ਉਹ ਹੁਣ ਏਜੀ ਨਹੀਂ ਰਹੇ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਕਿਸ ਤਰੀਕੇ ਦੀ ਪਰਫਾਰਮੈਂਸ ਏਜੀ ਆਫਿਸ ਦੀ ਰਹਿੰਦੀ ਹੈ। ਜੀ ਬਿਲਕੁਲ, ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹਿੰਦੀ ਹੈ ਯਕੀਨਨ ਇਹ ਤਾਂ ਦੇਖਣਾ ਹੀ ਹੋਏਗਾ, ਲੇਕਿਨ ਵਿਰੋਧੀਆਂ ਨੂੰ ਜ਼ਰੂਰ ਇੱਥੇ ਮੌਕਾ ਮਿਲਿਆ, ਕਿਉਂਕਿ ਹਾਲ ਦੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਦੇਖਿਆ ਰਵਿੰਦਰ ਕਿ ਸਰਕਾਰ ਕੋਈ ਫੈਸਲੇ ਲੈਂਦੀ ਹੈ, ਮੁੱਖ ਮੰਤਰੀ ਤੱਕ ਆਪ ਬਿਆਨ ਦੇ ਦਿੰਦੇ ਨੇ, ਲੇਕਿਨ ਉਸ ਤੋਂ ਬਾਅਦ ਆਪਣੇ ਉਸ ਫੈਸਲੇ ਤੇ ਉਹਨਾਂ ਨੂੰ ਪਲਟਣਾ ਪੈਂਦਾ, ਜਾਂ ਫਿਰ ਜੇ ਮਾਮਲਾ ਕੋਰਟ 'ਚ ਗਿਆ ਤਾਂ ਉਦੋਂ ਫਟਕਾਰ ਪੈਂਦੀ ਹੈ। ਔਰ ਹੁਣ ਵਿਰੋਧੀ ਫਿਰ ਇੱਕ ਵਾਰ ਨਿਸ਼ਾਨਾ ਸਾਧ ਰਹੇ ਨੇ ਕਿ ਸਰਕਾਰ ਜਿਹੜਾ ਹੈ ਆਪਣੀ, ਕਿਉਂਕਿ ਇੰਨੀ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ, ਉਹ ਜਿਹੜਾ ਇਨਐਕਸਪੀਰੀਅੰਸ ਹੈ ਸਰਕਾਰ ਦਾ, ਉਹ ਕਿਤੇ ਨਾ ਕਿਤੇ ਅਜਿਹੇ ਹਾਲਾਤ ਪੈਦਾ ਕਰ ਰਿਹਾ। ਬਿਲਕੁਲ, ਦੇਖੋ ਅਕਾਲੀ ਦਲ ਵੀ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਵਾਲ ਚੱਕੇ ਹੈ ਕਿ ਸਰਕਾਰ ਮੈਚਿਓਰ ਬਿਹੇਵ ਨਹੀਂ ਕਰ ਪਾ ਰਹੀ। ਸਰਕਾਰ ਕਿਉਂਕਿ ਹਾਲੇ ਤੱਕ ਤਜਰਬਾ ਸਰਕਾਰ ਨੂੰ ਹੈ ਨਹੀਂ ਆ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੰਨਾ ਤਜਰਬਾ ਨਹੀਂ ਹੈਗਾ, ਜਿਹਦੇ ਕਰਕੇ ਲਗਾਤਾਰ ਸਰਕਾਰ ਨੂੰ ਜਿਹੜੀ ਹੈਗੀ ਨਮੋਸ਼ੀ ਸਹਿਣੀ ਪਈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਵੇਂ ਜ਼ਿਕਰ ਵੀ ਕੀਤਾ ਕਿ ਕਈ ਕੇਸ ਹੈਗੇ ਆ ਕਿ ਜਿਹਦੇ ਵਿੱਚ ਸੰਬੰਧਿਤ ਮੰਤਰੀ ਦੇ ਸਾਈਨ ਸੀਗੇ, ਜਿਵੇਂ ਪੰਚਾਇਤਾਂ ਭੰਗ ਕਰਨ ਦਾ ਮਸਲਾ ਸੀਗਾ, ਮੁੱਖ ਮੰਤਰੀ ਦੇ ਸਾਈਨ ਸੀਗੇ, ਲੇਕਿਨ ਬਾਅਦ ਦੇ ਵਿੱਚ 2 ਅਫਸਰਾਂ ਦੇ ਉੱਤੇ ਠੀਕਰਾ ਫੋੜ ਦਿੱਤਾ ਗਿਆ, ਏਜੀ ਆਫਿਸ ਦੇ ਉੱਤੇ ਠੀਕਰਾ ਫੋੜ ਦਿੱਤਾ ਗਿਆ ਕਿ ਕਾਨੂੰਨੀ ਰਾਹ ਸਹੀ ਨਹੀਂ ਦਿੱਤੀ ਗਈ। ਹਾਲਾਂਕਿ ਗੱਲਾਂ ਇਹ ਵੀ ਚੱਲਦੀਆਂ ਨੇ ਕਿ ਏਜੀ ਆਫਿਸ ਤੋਂ ਸਲਾਹ ਤੱਕ ਨਹੀਂ ਲਈ ਗਈ। ਤਾਂ ਇਹ ਸਵਾਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉੱਠਦੇ ਰਹੇ ਆ ਕਿ ਮੁੱਖ ਮੰਤਰੀ ਜਾਂ ਫਿਰ ਸੰਬੰਧਿਤ ਮੰਤਰੀ ਕਿਉਂ ਨਹੀਂ ਆਪਣੇ ਇਸ ਪੂਰੇ ਜਿਹੜੇ ਫੈਸਲੇ ਹੈਗੇ ਆ ਉਹਨਾਂ ਦੇ ਲਈ ਜ਼ਿੰਮੇਵਾਰੀ ਲੈਂਦੀ। ਤਾਂ ਇਹ ਸਵਾਲ ਲਗਾਤਾਰ ਉੱਠਦੇ ਰਹੇ ਆ, ਕਿਉਂਕਿ ਅਲਟੀਮੇਟਲੀ ਪੰਜਾਬ ਦੇ ਮੁੱਖ ਮੰਤਰੀ ਹੀ ਜ਼ਿੰਮੇਦਾਰ ਹੁੰਦੇ ਨੇ, ਉਹ ਜ਼ਿੰਮੇਵਾਰੀ ਲੈਂਦੇ ਨੇ, ਕਿਉਂਕਿ ਇਸ ਸਰਕਾਰ ਦੇ ਵਿੱਚ ਲਗਾਤਾਰ ਠੀਕਰੇ ਜ਼ਰੂਰ ਫੋੜੇ ਜਾ ਰਹੇ ਆ। ਵਿਰੋਧੀ ਧਿਰ ਦੇ ਵਿੱਚ ਬੈਠੇ ਜਿਹੜੇ ਵਿਧਾਇਕ ਹੈਗੇ ਨੇ ਜਾਂ ਫਿਰ ਸੀਨੀਅਰ ਲੀਡਰ ਅਕਾਲੀ ਦਲ ਦੇ, ਉਹ ਲਗਾਤਾਰ ਸਵਾਲ ਚੱਕ ਰਹੇ ਨੇ। ਵਿਕਰਮ ਮਜੀਠੀਆ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਟਵੀਟ ਕਰਦੇ ਨੇ, ਉਹ ਸਰਕਾਰ ਤੇ ਵੀ ਨਿਸ਼ਾਨਾ ਲੈਂਦੇ ਨੇ ਕਿ ਆਖਿਰਕਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਕੀ ਹੈ, ਸੰਬੰਧਿਤ ਮੰਤਰੀ ਦੀ ਜ਼ਿੰਮੇਵਾਰੀ ਕੀ ਹੈ। ਜੇ ਸਾਰਾ ਕੁਝ ਏਜੀ ਆਫਿਸ ਨਹੀਂ ਕਰਨਾ ਹੈ, ਅਫਸਰਾਂ ਨਹੀਂ ਕਰਨਾ ਹੈ, ਤਾਂ ਫਿਰ ਮੁੱਖ ਮੰਤਰੀ ਕੀ ਕਰ ਰਹੇ ਨੇ ਬੈਠੇ? ਇਹ ਸਵਾਲ ਲਗਾਤਾਰ ਉੱਠਦੇ ਰਹੇ ਨੇ, ਚਾਹੇ ਉਹ ਵਿਕਰਮ ਮਜੀਠੀਆ ਸਵਾਲ ਚੱਕਦੇ ਹੋਣ ਜਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਵਾਲ ਚੱਕਦੇ ਹੋਣ ਜਾਂ ਫਿਰ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਸਵਾਲ ਚੱਕਦੇ ਹੋਣ। ਤਾਂ ਇਹ ਸਵਾਲ ਤਾਂ ਲਗਾਤਾਰ ਪਿਛਲੇ ਸਮਿਆਂ ਦੇ ਵਿੱਚ ਉੱਠੇ ਨੇ, ਜਿਹਦੇ ਕਰਕੇ ਕਿਤੇ ਨਾ ਕਿਤੇ ਨੁਕਸਾਨ ਵੀ ਪੰਜਾਬ ਦੇ ਵਿੱਚ ਬਹੁਤ ਹੋਇਆ, ਕਿਉਂਕਿ ਜੋ ਪੰਚਾਇਤਾਂ ਭੰਗ ਕਰਨ ਦਾ ਮਸਲਾ ਸੀਗਾ, ਜਿਹੜਾ ਇੱਕ ਕਾਰਨ ਰਿਹਾ ਏਜੀ ਵਿਨੋਦ ਕਈ ਦੇ ਅਸਤੀਫੇ ਦਾ, ਤਾਂ ਉਹ ਵੀ ਇੱਕ ਵੱਡਾ ਮਸਲਾ ਪੰਜਾਬ ਦੇ ਵਿੱਚ ਬਣਿਆ ਸੀਗਾ। ਲੋਕਤੰਤਰ ਦੀ ਦੁਹਾਈ ਦੇਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਖੁਦ ਹੀ 7-8 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰ ਦਿੰਦੀ ਹੈ। ਤਾਂ ਇਸ ਤੇ ਸਵਾਲ ਵਿਰੋਧੀਆਂ ਨੇ ਵੀ ਚੱਕੇ ਸੀਗੇ, ਅਕਾਲੀ ਦਲ ਨੇ ਵੀ ਸਵਾਲ ਚੱਕੇ ਸੀ ਕਿ ਆਖਿਰਕਾਰ ਲੋਕਤੰਤਰ ਦੀ ਦੁਹਾਈ ਦੇਣ ਵਾਲੀ ਸਰਕਾਰ ਖੁਦ ਹੀ ਕਿਵੇਂ ਲੋਕਤੰਤਰ ਨੂੰ ਕੁਚਲ ਰਹੀ ਹੈ। ਇਹ ਸਵਾਲ ਉਹਨਾਂ ਨੇ ਚੱਕੇ ਸੀਗੇ। ਹਾਲ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਕਾਨੂੰਨੀ ਲੈਵਲ ਤੇ ਕੀ ਸਰਕਾਰ ਪਰਫਾਰਮ ਕਰ ਪਾਏਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿ ਗੁਰਮਿੰਦਰ ਸਿੰਘ ਗੈਰੀ ਜਿਹੜੇ ਕਿ ਨਵੇਂ ਏਜੀ ਬਣਿਆ, ਉਹ ਸਰਕਾਰ ਦੀ ਦਿਸ਼ਾ ਦਸ਼ਾ ਤੇ ਜਿਹੜੀ ਸਰਕਾਰ ਦੀ ਛਵੀ ਹੈਗੀ ਆ ਉਸ ਨੂੰ ਬਚਾ ਪਾਉਂਦੇ ਨੇ। ਇਹ तमाम ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਰਹੀਆਂ। ਬਿਲਕੁਲ, ਕਿਉਂਕਿ ਇੱਥੇ ਕਿਤੇ ਨਾ ਕਿਤੇ ਕੰਮਕਾਜ ਤੇ ਵੀ ਅਸਰ ਪੈਂਦਾ ਜਦੋਂ ਇਸ ਤਰ੍ਹਾਂ ਨਾਲ ਬਾਰ-ਬਾਰ ਅਹੁਦੇ ਬਦਲੇ ਜਾਣ, ਜੇ ਅਧਿਕਾਰੀ ਬਦਲੇ ਜਾਣ ਜਾਂ ਕੋਈ ਵੀ ਜਿਹੜਾ ਪੋਸਟ ਖਾਲੀ ਹੁੰਦੀ ਹੈ ਤੇ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ, ਔਰ ਕਿਤੇ ਨਾ ਕਿਤੇ ਉਸਦਾ ਅਸਰ ਜਿਹੜਾ ਹੈ ਉਹ ਪੰਜਾਬ ਦੇ ਵਿਕਾਸ ਦੇ ਲਈ, ਜਿਸ ਦੇ ਕਿ ਦਾਅਵੇ ਸਰਕਾਰ ਜ਼ਰੂਰ ਕਰਦੀ ਹੈ। ਸੋ ਜੇ ਵਿਚਕਾਰ ਬੜੀ ਵੱਡੀ ਜ਼ਿੰਮੇਵਾਰੀ ਹੁਣ ਸਰਕਾਰ ਤੇ ਇੱਕ ਵਾਰ ਫਿਰ ਤੋਂ ਹੋਈ ਹੈ ਕਿ ਤਾਲਮੇਲ ਬਣਾਇਆ ਜਾਏ ਕਿ ਜਿਹੜੀ ਪਟੜੀ ਤੋਂ ਉਤਰੀ ਹੋਈ ਹੈ ਇਸ ਵੇਲੇ ਟ੍ਰੇਨ, ਉਹ ਵਾਪਸ ਲੀ ਤੇ ਆਏ,
ਤੇ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਨਾਲ ਸੁਚਾਰੂ ਢੰਗ ਨਾਲ ਹੋਏ। ਸੋ ਯਕੀਨਨ ਇਸ ਵਿੱਚ ਹੁਣ ਕੀ ਪ੍ਰਤੀਕਿਰਿਆਵਾਂ ਵਿਰੋਧੀਆਂ ਦੀ ਸਾਹਮਣੇ ਆਉਂਦੀ ਨੇ ਦੇਖਣਾ ਵੀ ਬੜਾ ਅਹਿਮ ਹੋਏਗਾ। ਰਵਿੰਦਰ, ਫਿਲਹਾਲ ਦੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਫਿਲਹਾਲ ਨਵੇਂ ਏਜੀ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ, ਗੁਰਮਿੰਦਰ ਸਿੰਘ ਗੈਰੀ ਨਵੇਂ ਏਜੀ ਜਿਹੜੇ ਨੇ ਉਹ ਥਾਪੇ ਗਏ ਨੇ। ਦੱਸਦੇ ਕਿ ਵਿਨੋਦ ਕਈ ਉਹਨਾਂ ਨੇ ਅਸਤੀਫਾ ਦਿੱਤਾ ਹੈ, ਹਾਲਾਂਕਿ ਇਹ ਉਹਨਾਂ ਵੱਲੋਂ ਜ਼ਰੂਰ ਕਿਹਾ ਗਿਆ ਕਿ ਨਿੱਜੀ ਕਾਰਨਾਂ ਕਰਕੇ, ਲੇਕਿਨ ਇੱਥੇ ਇਹ ਸਭ ਤਸਵੀਰ ਸਾਫ਼ ਹੈ ਕਿਉਂਕਿ ਮਹਿਜ਼ 1.5 ਸਾਲ ਦੇ ਵਕਫੇ ਦੇ ਵਿੱਚ ਤੀਸਰਾ ਏਜੀ ਜਿਹੜਾ ਹੈ ਬਦਲਿਆ ਜਾਣਾ, ਇਹ ਆਪਣੇ ਆਪ 'ਚ ਕਈ ਸਵਾਲ ਖੜੇ ਕਰਦਾ ਹੈ। ਛੋਟੀ ਜਿਹੀ ਬ੍ਰੇਕ ਲਈ ਰੁਕ ਲੈਂਦੇ ਹਾਂ, ਬਣੇ ਰਹੋ ਸਾਡੇ ਨਾਲ।